हाँ जी, की हाल चाल तुसीं देख रहे हो चढ़दी कला टाइम टीवी। मैं हाँ तुहाडे नाल रिदम ते तुहाडा सब दा स्वागत है साडे प्रोग्राम खास मुलाकात च। खास क्यों है? खास तां है खास गल्लां हुंदियां ने इस प्रोग्राम च और खास खास बंदे इस प्रोग्राम च लैके आने आ तुहाडे नाल रूबरू करदे आ। और अज दा जिहड़ा खास विशा है जिस दे उपर आपां गल करन वाले आ ਉਹ है जी अक्सर आपां गल करदे हुंदे आ औरतां दी बराबरी दी कि है ना औरतां नूं समाज दे विच बराबरी दा दर्जा मिलना चाहिए और ये चीज़ किते ना किते पॉसिबल भी हो भी रही है और अगे भी साडा देश होर भी प्रफुल्लित हो रहा है। सो जिवें कि तुहानूं पता है कि अक्सर औरतां नूं घर दी जिम्मेवारियां दे विच ही देखिया जांदा है ना, घर दी रसोई तो लैके या घर दी होर भी कोई जिम्मेवारी होए जिसनूं कि बहुत ही बखूबी निभांदियां ने। मां का दर्जा है ना, मां का दर्जा एक सब तो वड्डा दर्जा हुंदा है और सब तो वड्डी रिस्पोंसिबिलिटी हुंदी है और ध्यान रखण दे विच। सो यही चीज़ आ तुसीं आप सोचो कि जे पूरे देश दे विच औरतां नूं हर खेतर दे विच योगदान मिले और मिल भी रहा है। जे खेडां दी गल कीती जाए, हाकी दी गल कीती जाए, क्रिकेट दी गल कीती जाए या होर किसी भी गेम दी गल कर लो, तुसीं आप देखो किन्नियां उपलब्धियां ते ने साडियां जिहड़ियां फीमेल्स ने, औरतां ने और किस लैवल तक साडे देश दा नाम रोशन कर रही ने। और हुण जे मैं गल करां पंजाब दी, पंजाब दे विच भी साडे 23 ਜ਼ਿਲ੍ਹਿਆਂ ਦੇ ਵਿੱਚ ਆਲਮੋਸਟ 11 ਜ਼ਿਲ੍ਹਿਆਂ 'ਚ ਜਿਹੜੀਆਂ ਸਾਡੀਆਂ ਡੀਸੀਜ਼ ਨੇ ਇਹ ਸਾਡੀਆਂ ਫੀਮੇਲ ਯਾਨੀ ਕਿ ਔਰਤਾਂ ਨੇ। ਸੋ ਉਹਨਾਂ ਵਿੱਚੋਂ ਜਿਹੜੀਆਂ 4 ਨੇ ਉਹ ਸਾਡੇ ਆਲਮੋਸਟ ਪਟਿਆਲਾ ਪੰਜਾਬ ਤੋਂ ਨੇ ਤੇ ਅੱਜ ਇਹੀ ਨਾਰੀ ਸ਼ਕਤੀ ਵਿਮਨ ਪਾਵਰ ਦੇ ਉੱਪਰ ਅਸੀਂ ਗੱਲ ਕਰਾਂਗੇ, ਜਿਸ ਦੇ ਉੱਪਰ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਉਜਾਗਰ ਸਿੰਘ ਜੀ। ਸੋ ਸਭ ਤੋਂ ਪਹਿਲਾਂ ਉਜਾਗਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਾਸ ਮੁਲਾਕਾਤ 'ਚ। सत श्री अकाल उजागर सिंह जी। सत श्री अकाल जी, बहुत बहुत धन्यवाद जी, बहुत बहुत स्वागत है जी प्रोग्राम च। ते उजागर जी जिस तरह के मैं दस ही चुका दर्शकों को कि गल आपां वूमेंस दे उपर गल करनी है कि जिहड़ी औरतां नूं बराबरी दा दर्जा असीं कहंदे रहे हैं, चलो किते ना किते हुण ओह चीज़ हो चुकी है, हो भी रही है, अगे भी चल रही है। ते 23 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ 11 ਔਰਤਾਂ ਨੂੰ ਡੀਸੀ ਚੁਣਿਆ ਗਿਆ है, ठीक है जी, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਇਹ ਦੱਸੋ, ਉਸ ਤੋਂ ਬਾਅਦ ਤੁਹਾਡੇ ਆਰਟੀਕਲ ਤੇ ਆਵਾਂਗੇ। रिदम जी गल है भी ਭਾਰਤੀ ਜਿਹੜੀ ਸੰਸਕ੍ਰਿਤੀ ਹੈ, ਭਾਰਤੀ ਜਿਹੜੀ ਵਿਰਾਸਤ ਹੈ, ਹਾਂਜੀ, ਉਹਦੇ ਵਿੱਚ ਅਸੀਂ ਜਦੋਂ ਦੇਖਦੇ ਆ ਰਹੇ ਹਾਂ ਕਿ ਲੜਕੀਆਂ ਨੂੰ ਬਹੁਤ ਇੰਪੋਰਟੈਂਸ ਨਹੀਂ ਦਿੱਤੀ ਗਈ ਜੀ। ਉਹ ਹਮੇਸ਼ਾ ਅਸੀਂ ਇਤਿਹਾਸ ਵੀ ਪੜ੍ਹਦੇ ਆ ਰਹੇ, ਸੁਣਦੇ ਆ ਰਹੇ ਹਾਂ ਕਿ ਬੱਚਿਆਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੱਤਾ ਜਾਂਦਾ ਸੀ ਜੀ। ਇਹ ਬੜੀ ਮੰਦਭਾਗੀ ਗੱਲ ਸੀ ਜੀ। ਪਰ ਹੁਣ ਕਿਉਂਕਿ ਸਮੇਂ ਦੇ ਨਾਲ ਚੇਂਜ ਆਈ, ਤਬਦੀਲੀ ਆਈ ਤੇ ਲੜਕੀਆਂ ਨੂੰ ਅਸੀਂ ਪੜ੍ਹਾਉਣ ਵੀ ਲੱਗੇ ਤੇ ਪੜ੍ਹਾਉਣ ਕੀ ਲੱਗੇ, ਲੜਕੀਆਂ ਪੜ੍ਹਨ ਕੇ ਇੰਨਾ ਅੱਗੇ ਲੰਘ ਗਈਆਂ ਕਿ ਲੜਕਿਆਂ ਨਾਲੋਂ ਕਾਫੀ ਅੱਗੇ। ਆਪਾਂ ਦੇਖਦੇ ਹਾਂ ਇਮਤਿਹਾਨਾਂ ਦੇ ਰਿਜ਼ਲਟ ਆਉਂਦੇ ਨੇ, ਕਿਸੇ ਕੰਪੀਟੀਸ਼ਨ 'ਚ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਅੱਗੇ ਫਸਟ ਸੈਕੰਡ ਜਾਂ ਲੜਕੀਆਂ ਹੀ ਆਉਂਦੀਆਂ ਨੇ। ਇਸ ਕਰਕੇ ਮੇਰੇ ਮਨ ਦੇ ਵਿੱਚ ਆਇਆ ਵੀ ਜੇ ਹੁਣ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੇ ਇੰਨੀ ਤਰੱਕੀ ਕੀਤੀ ਹੈ ਤੇ ਉਹਨਾਂ ਨੂੰ ਚੰਗੀਆਂ ਥਾਵਾਂ ਤੇ ਨੌਕਰੀਆਂ ਲੱਗ ਰਹੀਆਂ ਨੇ ਤੇ ਮੈਂ ਕਿਉਂਕਿ ਪਬਲਿਕ ਰਿਲੇਸ਼ਨ ਦੇ ਵਿੱਚ ਰਿਹਾ, ਮੈਂ ਦੇਖਿਆ ਵੀ ਪੰਜਾਬ ਦੇ ਵਿੱਚ ਪਬਲਿਕ ਰਿਲੇਸ਼ਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ। ਮੈਂ ਦੇਖ ਰਿਹਾ ਕਿ ਸਾਰੇ ਡਿਪਟੀ ਕਮਿਸ਼ਨਰ ਮੋਸਟਲੀ ਮਰਦ ਹੁੰਦੇ ਨੇ ਜੀ। ਇਹ ਜਦੋਂ ਉਹ ਕਾਰਨ ਕੀ ਆ, ਉਹਦਾ ਕਾਰਨ ਇਹ ਹੈ ਵੀ ਜਿਹੜੇ ਆਫੀਸਰ ਜਦੋਂ ਇਹਨਾਂ ਦੀਆਂ ਨਿਯੁਕਤੀਆਂ ਹੁੰਦੀਆਂ ਨੇ ਜ਼ਿਲ੍ਹਿਆਂ ਦੀ, ਇਹ ਤਾਂ ਡੀਸੀ ਨੇ, ਆਮ ਅਫਸਰਾਂ ਬਾਰੇ ਵੀ ਇਹ ਸੋਚਿਆ ਜਾਂਦਾ ਕਿ ਇਹ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦੀਆਂ ਤੇ ਇਹਨਾਂ ਨੂੰ ਇਹ ਡਿਊਟੀ ਨਾ ਦਿੱਤੀ ਜਾਵੇ। ਤੇ ਮੈਂ ਮਹਿਸੂਸ ਕੀਤਾ ਵੀ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਬੜੀ ਵੱਡੀ ਗੱਲ ਕੀਤੀ ਹੈ ਕਿ 23 ਜ਼ਿਲ੍ਹਿਆਂ ਵਿੱਚੋਂ 11 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਡਿਪਟੀ ਕਮਿਸ਼ਨਰ ਲਾਤੀਆਂ ਨੇ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਿਰਫ ਇੱਕ ਵਾਰ ਇਹਨਾਂ ਪਹਿਲਾਂ ਸਭ ਤੋਂ ਬਿੰਨੀ ਮਹਾਜਨ ਜਿਹੜੀ ਰੋਪੜ ਦੀ ਡਿਪਟੀ ਕਮਿਸ਼ਨਰ ਲੱਗੀ ਸੀ ਮੇਰੇ ਇਲਾਕੇ 'ਚ, ਉਸ ਤੋਂ ਬਾਅਦ ਮੈਂ ਕੋਈ ਦੇਖੀ ਨਹੀਂ ਤੇ ਆ ਪਹਿਲੀ ਵਾਰ ਹੈ ਜਿਉਂ ਹੁਣ ਪਿਛਲੇ ਸਾਲ 5-4 ਸਾਲਾਂ ਤੋਂ ਡਿਪਟੀ ਕਮਿਸ਼ਨਰ ਲਾਉਣ ਲੱਗੇ ਨੇ। ਪਰ ਐਤਕੀ ਇਹ ਪਹਿਲੀ ਵਾਰ ਹੈ ਵੀ ਇਹ ਸਰਕਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦੇਣੀ ਚਾਹੀਦੀ ਹੈ ਕਿ ਇਹ ਸਰਕਾਰ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਕਿਉਂਕਿ 23 ਦੇ ਵਿੱਚੋਂ 11 ਦਾ ਲੱਗਣਾ, ਇਹਦਾ ਮਤਲਬ 49% ਦੇ ਕਰੀਬ ਹੈ ਜਿਹੜੀ ਆਲਮੋਸਟ 50 ਕਹਿ ਸਕਦੇ ਆਪਾਂ। ਹਾਂ, ਇਹ 50 ਵਰਗਾ ਹੀ ਹੈ ਤੇ ਉਹਨਾਂ ਨੂੰ ਲਾਤਾ ਤੇ ਇਹ ਬਹੁਤ ਵੱਡੀ ਗੱਲ ਹੈ। ਤੇ ਉਹਨਾਂ ਨੂੰ ਹੁਣ ਇੱਕ ਗੱਲ ਇਹ ਆ ਵੀ ਰਿਦਮ ਜੀ, ਜੇ ਕਿਸੇ ਵਿਅਕਤੀ ਨੂੰ ਕੰਮ ਕਰਨ ਨੂੰ ਤੁਸੀਂ ਮੌਕਾ ਨਹੀਂ ਮਿਲੇਗਾ ਉਹ ਆਪਣੀ ਕਾਬਲੀਅਤ ਕਿੱਥੋਂ ਦਿਖਾਏਗਾ? ਬਿਲਕੁਲ। ਜੇ ਇਹਨਾਂ ਨੂੰ ਮੌਕਾ ਮਿਲਿਆ ਤੇ ਹੁਣ ਇਹ ਕਾਬਲੀਅਤ ਦਿਖਾਉਣਗੀਆਂ, ਦਿਖਾ ਰਹੀਆਂ ਨੇ ਤੇ ਇਸ ਕਰਕੇ ਇਹ ਮੌਕੇ ਦਾ ਮਤਲਬ ਇਸ ਦਾ ਮੈਂ ਇਸ ਗੱਲ ਦੀ ਬਹੁਤ ਮੁਬਾਰਕਬਾਦ ਦਿੰਦਾ। ਮੈਂ ਪੰਜਾਬ ਔਰਤਾਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਜੇ ਉਹ ਪੜ੍ਹੀਆਂ
ਜੀ। ਕੰਪੀਟੀਸ਼ਨ ਚ ਆਈਆਂ, ਆਈਐਸ ਬਣੀਆਂ ਜੀ। ਤੇ ਡਿਪਟੀ ਕਮਿਸ਼ਨਰ ਲੱਗੀਆਂ ਜੀ। ਤੇ ਇਸ ਕਰਕੇ ਮੈਂ ਇਹ ਲੇਖ ਲਿਖਣ ਬਾਰੇ ਸੋਚਿਆ। ਜੀ। ਹਾਂਜੀ। ਤੇ ਕਿਤੇ ਨਾ ਕਿਤੇ ਅੱਜ ਵੀ ਉਜਾਗਰ ਜੀ ਮੈਂ ਤਾਂ ਕੀ ਬਹੁਤ ਸਾਰੇ ਦਰਸ਼ਕ ਇਹ ਚੀਜ਼ ਫੀਲ ਵੀ ਕਰਦੇ ਹੋਣੇ ਆ, ਤੁਸੀਂ ਵੀ ਆਬਜ਼ਰਵ ਕੀਤੀ ਹੋਣੀ ਆ, ਹਾਲੇ ਵੀ ਕੁਝ ਇਲਾਕੇ ਇਦਾਂ ਦੇ ਹੈਗੇ ਆ ਜਿੱਥੇ ਬਚਪਨ ਤੋਂ ਹੀ ਜਿਹੜੀਆਂ ਧੀਆਂ ਨੇ, ਕੁੜੀਆਂ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਚੀਜ਼ ਬਿਠਾਈ ਜਾਂਦੀ ਹੈ ਕਿ ਤੁਸੀਂ ਵੱਡੇ ਹੋਏ ਹੋ, ਵਿਆਹ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਘਰ ਦਾ ਚੁੱਲ੍ਹਾ ਚੌਂਕਾ ਹੀ ਸੰਭਾਲਣਾ ਹੈ। ਕਿਤੇ ਨਾ ਕਿਤੇ ਜਿਹੜੇ ਬੱਚੇ ਹੁੰਦੇ ਆ, ਕੁੜੀਆਂ ਹੁੰਦੀਆਂ, ਔਰਤਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਆਪਦੇ ਜਿਹੜੇ ਅੰਦਰ ਦੇ ਸ਼ੌਂਕ ਹੁੰਦੇ ਆ, ਜਿਵੇਂ ਕਿ ਕੁਝ ਕਰਨਾ ਚਾਹੁੰਦੇ ਹੁੰਦੇ ਆ, ਲਾਈਫ 'ਚ ਪੜ੍ਹਨਾ ਚਾਹੁੰਦੇ ਹੁੰਦੇ ਆ, ਜਿਵੇਂ ਆਪਦਾ ਮਾਪਿਓ ਦਾ ਨਾਮ ਰੋਸ਼ਨ ਕਰਨਾ ਹੈ, ਕਿਸੇ ਖੇਡਾਂ ਦੇ ਵਿੱਚ ਜਾਣਾ ਹੈ ਜਾਂ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਆ, ਕਿਸੇ ਹੋਰ ਫੀਲਡ ਦੇ ਵਿੱਚ। ਸੋ ਉਹਨਾਂ ਦੀਆਂ ਉਹ ਚੀਜ਼ਾਂ ਛੋਟੀਆਂ-ਛੋਟੀਆਂ ਰਹਿ ਜਾਂਦੀਆਂ ਨੇ। ਸੋ ਉਹਦੇ ਪਿੱਛੇ ਦਾ ਕਾਰਨ ਕੀ ਲੱਗਦਾ ਹੈ ਕਿ ਉਹਦੇ ਵਿੱਚ ਇਹ ਚੀਜ਼ ਕਾਰਗਰ ਸਾਬਿਤ ਹੋਏਗੀ, ਉਹਨਾਂ ਨੂੰ ਇਹ ਮੋਟੀਵੇਸ਼ਨ ਮਿਲੇਗੀ, ਉਹਨਾਂ ਪਰਿਵਾਰਾਂ ਨੂੰ ਕਿ ਆਪਣੇ ਧੀਆਂ ਨੂੰ ਉਹ ਸਪੋਰਟ ਕਰਨ? ਬਿਲਕੁਲ ਰਿਦਮ ਜੀ, ਹੁਣ ਤੱਕ ਤਾਂ ਬਿਲਕੁਲ ਇਦਾਂ ਜੋ ਤੁਸੀਂ ਦੱਸਿਆ ਨਾ, ਪਰਿਵਾਰਾਂ ਦੇ ਵਿੱਚ ਆਪਾਂ ਵੀ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਦੇਖਦੇ ਹਾਂ, ਜਿਸ ਘਰ ਦੇ ਵਿੱਚ ਲੜਕੀ ਹੁੰਦੀ ਹੈ ਉਹਨੂੰ ਸ਼ੁਰੂ ਤੋਂ ਹੀ ਜਦ ਮਾੜੀ ਜੀ ਉਹ ਹੁਸ਼ਿਆਰ ਹੋਣ ਲੱਗਦੀ ਹੈ, ਉਹਨੂੰ ਸਿੱਖਿਆ ਦੇਣ ਲੱਗ ਜਾਂਦੇ ਨੇ ਵੀ ਤੇਰਾ ਕੰਮ ਤਾਂ ਇਹ। ਵੈਸੇ ਜਿਹੜੀਆਂ ਲੜਕੀਆਂ ਦਾ ਜੇ ਮੈਂ ਕਹਾਂਗਾ, ਇਹਨਾਂ ਦੀਆਂ ਜਿਹੜੀਆਂ ਦੁਸ਼ਮਣ ਨੇ ਉਹਨਾਂ ਦੀਆਂ ਮਾਵਾਂ ਹੀ ਨੇ, ਉਹੀ ਉਹਨਾਂ ਨੂੰ ਸਿੱਖਿਆ ਦੇਣ ਲੱਗ ਜਾਂਦੀਆਂ ਨੇ ਵੀ ਤੁਸੀਂ ਐ ਨਹੀਂ ਕਰਨਾ, ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਇੱਧਰ ਨਹੀਂ ਦੇਖਣਾ, ਤੁਸੀਂ ਉੱਧਰ ਨਹੀਂ ਦੇਖਣਾ, ਤੁਸੀਂ ਹੱਸਣਾ ਨਹੀਂ, ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ। ਮਤਲਬ ਉਹਨਾਂ ਦੇ ਵਿੱਚ ਇਨਫੀਰੀਟੀ ਕੰਪਲੈਕਸ ਜਿਹੜੇ ਅਸੀਂ ਉਹ ਪਾਉਂਦੇ ਆ, ਫੈਮਿਲੀ ਉਹ ਪੜਾਉਂਦੀਆਂ ਨੇ। ਤੇ ਪਰ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਵੀ ਜਿਹੜੀ ਇਹ ਹੁਣ ਇਹ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਿਕਲੇਗਾ। ਹੁਣ ਲੜਕੇ ਦੇਖੋ, ਤੁਸੀਂ ਅੱਜ ਵੀ ਦੇਖ ਰਹੇ ਹੋ, ਆਪਾਂ ਅਖਬਾਰਾਂ 'ਚ ਪੜ੍ਹਦੇ ਰਹੇ ਹਾਂ, ਪਿੱਛੇ ਜੇ ਇੱਕ ਅੰਮ੍ਰਿਤਸਰ ਜ਼ਿਲ੍ਹੇ 'ਚੋਂ, ਗੁਰਦਾਸਪੁਰ 'ਚੋਂ ਇੱਕ ਲੜਕੀ ਕਿਤੇ ਰਾਤ ਬਾਹਰ ਕੱਟਿਆ ਹੀ ਤੇ ਉਸ ਨੂੰ ਉਸਦੇ ਬਾਪ ਨੇ ਮਾਰ ਕੇ ਮੋਟਰਸਾਈਕਲ ਦੇ ਵੱਢ ਕੇ ਲੈ। ਕਿੱਡੀ ਵੱਡੀ ਮਤਲਬ ਟ੍ਰੈਜਡੀ ਹੈ ਇਹ। ਸਾਡਾ ਸਮਾਜ ਅਜੇ ਤੱਕ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਰਿਦਮ ਜੀ, ਹਰ ਬੰਦਾ ਇਨਸਾਨ ਹੈ ਜਿਹੜਾ ਇਹ ਸਮਾਜ ਦੇ ਵਿੱਚ ਆਇਆ, ਉਹ ਔਰਤ ਦੇ ਗਰਭ 'ਚੋਂ ਆਇਆ ਤੇ ਫਿਰ ਪਤਾ ਨਹੀਂ ਔਰਤ ਬਾਰੇ ਕਿਉਂ ਇਦਾਂ ਦੀਆਂ ਸੋਚਦਾ ਗੱਲਾਂ ਉਹ। ਬਿਲਕੁਲ, ਕਿਉਂ ਔਰਤ ਨੂੰ ਮਾੜਾ ਕਹਿੰਦਾ, ਜਾਂ ਮੈਂ ਕਹਿੰਦਾ ਵੀ ਸਾਡੇ ਨੌਜਵਾਨ ਕਿਉਂ ਔਰਤਾਂ ਨੂੰ ਇਹ ਜਿਹੀਆਂ ਗੱਲਾਂ ਸੋਚਦੇ ਨੇ ਇਹਨਾਂ ਬਾਰੇ। ਇਸ ਕਰਕੇ ਇਹ ਜਿਹੜੀ ਹੈ ਬਹੁਤ ਵੱਡੀ ਜਾਣੀ ਔਰਤਾਂ ਦੀ ਇਹ ਅਚੀਵਮੈਂਟ ਆ ਰਿਦਮ ਜੀ, ਵੀ ਜਿਹੜੀ ਕਿ ਉਹ ਸਮਾਜ ਦੇ ਵਿੱਚ ਉਹਨਾਂ ਨੂੰ ਐਡਾ ਵੱਡਾ ਰੁਤਬਾ ਮਿਲਿਆ। ਪਹਿਲਾਂ ਸਿਰਫ ਕਮਿਸ਼ਨਰ ਤਾਂ ਲਾ ਦਿੰਦੇ ਸੀ, ਇਦਾਂ ਤਾਂ ਮਤਲਬ ਭਾਰਤ ਦੀ ਪ੍ਰਾਈਮ ਮਿਨਿਸਟਰ ਵੀ ਔਰਤ ਰਹੀ ਹੈ, ਪ੍ਰਾਈਮ ਮਿਨਿਸਟਰ ਦੀ ਪ੍ਰਿੰਸੀਪਲ ਸੈਕਟਰੀ ਜਿਹਨੂੰ ਕਹਿੰਦੇ ਨੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ, ਉਹ ਵੀ ਸਰਲਾ ਗਰੇਵਾਲ ਰਹੀ ਹੈ। ਪਰ ਉਹ ਬਹੁਤੀਆਂ ਸਿਲੈਕਟਡ ਹੁੰਦੇ ਸੀ ਪਰਿਵਾਰ, ਜਿਹੜੇ ਵੱਡੇ ਹਾਈ ਫਾਈ। ਆਮ ਜਿਹੜੇ ਮੀਡੀਅਮ ਪਰਿਵਾਰ ਨੇ ਸਾਡੇ, ਉਹਨਾਂ ਨੂੰ ਇਹ ਇਜਾਜ਼ਤ ਨਹੀਂ ਸੀ। ਉਹਨਾਂ ਨੂੰ ਤਾਂ ਕੁੜੀ ਨੂੰ ਤਾਂ ਚਾਰ ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ। ਇਹ ਹੁਣ ਇਹ ਬਾਹਰ ਨਿਕਲੇ ਨੇ। ਮੈਂ ਲੜਕੀਆਂ ਨੂੰ ਵੀ ਬੇਨਤੀ ਕਰਾਂਗਾ, ਉਹਨਾਂ ਨੂੰ ਵੀ ਸੁਝਾਅ ਦੇਵਾਂਗਾ ਕਿ ਜਿਹੜੀ ਆਜ਼ਾਦੀ ਉਹਨਾਂ ਨੂੰ ਮਿਲੀ ਹੈ, ਇਸ ਦਾ ਉਹ ਨਜਾਇਜ਼ ਫਾਇਦਾ ਨਾ ਉਠਾਉਣ, ਇਹ ਜਾਇਜ਼ ਫਾਇਦਾ ਉਠਾਉਣ। ਜਿਵੇਂ ਲੜਕੀਆਂ ਅੱਗੇ ਆ ਰਹੀਆਂ ਨੇ, ਇਮਤਿਹਾਨਾਂ 'ਚ ਫਸਟ ਆ ਰਹੀਆਂ ਨੇ, ਇਹ ਲੜਕੀਆਂ ਜ਼ਰੂਰ ਇਹ ਲੜਕੀਆਂ ਤੋਂ ਪ੍ਰੇਰਨਾ ਲੈਣਗੇ ਜਿਹੜੇ ਇੰਨੇ ਡਿਪਟੀ ਕਮਿਸ਼ਨਰ ਲਾਈਆਂ ਨੇ। ਕਿਉਂਕਿ ਡਿਪਟੀ ਕਮਿਸ਼ਨਰ ਜਿਹੜਾ ਹੁੰਦਾ, ਤੁਹਾਨੂੰ ਵੀ ਪਤਾ, ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਹੈੱਡ, ਇਕੱਲਾ ਹੈੱਡ ਨਹੀਂ ਹੁੰਦਾ, ਉਹਦੀ ਜ਼ਿਲ੍ਹੇ ਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਉਹਦੇ ਸਿਰ ਹੁੰਦੀ ਆ। ਉਹਨੇ ਸਾਰੇ ਜ਼ਿਲ੍ਹੇ ਦੇ ਜਿਹੜੇ ਅਫਸਰ ਹੁੰਦੇ ਨੇ ਡਿਵੈਲਪਮੈਂਟ ਨਾਲ ਤਾਲੁਕ, ਉਹਦੇ ਅੰਡਰ ਕੰਮ ਕਰਦੇ ਨੇ। ਇਸ ਕਰਕੇ ਲੜਕੀਆਂ ਨੂੰ ਪ੍ਰੇਰਨਾ ਮਿਲਣੀ ਕੁਦਰਤੀ ਆ ਵੀ ਦੇਖੋ, ਸਾਡੀ ਜਦੋਂ ਪਿੰਡਾਂ ਜਾਂਦੀਆਂ ਨੇ ਇਹ ਲੜਕੀਆਂ, ਜਿਹੜੀਆਂ DC ਨੇ ਕੰਮ ਕਰਦੀਆਂ ਨੇ, ਇਹ ਉਹਦੇ ਅਫਸਰ ਸਾਰੇ ਆਲੇ ਦੁਆਲੇ, ਉਹਨਾਂ ਦਾ ਹੁਕਮ ਚੱਲਦਾ, ਉਹ ਦੇਖਦੇ ਨੇ, ਦੇਖੋ ਉਹਨਾਂ ਨੂੰ ਜ਼ਰੂਰ ਪ੍ਰੇਰਨਾ ਮਿਲੇਗੀ। ਇਸ ਕਰਕੇ ਮੈਨੂੰ ਉਮੀਦ ਹੈ ਕਿ ਸਾਡੀਆਂ ਲੜਕੀਆਂ ਪੰਜਾਬ ਦੀਆਂ ਹੁਣ ਕੰਪੀਟੀਸ਼ਨ ਲੜਨਗੀਆਂ ਇਹਨਾਂ ਨੂੰ ਲੜਕੀਆਂ ਨੂੰ ਦੇਖ ਕੇ, ਜਿਹੜੀਆਂ 11 ਲੱਗੀਆਂ ਨੇ ਪੰਜਾਬ ਦੇ ਵਿੱਚ, ਤੇ ਉਹ ਵੀ ਅੱਗੇ ਆਉਣ ਦੀ ਕੋਸ਼ਿਸ਼ ਕਰਨਗੀਆਂ ਜੀ। ਔਰ ਕਿਤੇ ਨਾ ਕਿਤੇ ਜਿੰਨੀਆਂ ਵੀ ਪੰਜਾਬ ਦੀਆਂ ਧੀਆਂ ਕਹਿ ਲਓ ਜਾਂ ਹੋਰ ਧੀਆਂ ਕਹਿ ਸਕਦੇ ਆ, ਕਿ ਤੁਸੀਂ ਦੇਖੋ ਕਿੰਨੀਆਂ ਅੱਗੇ ਤੱਕ ਪਹੁੰਚ ਚੁੱਕੀਆਂ ਨੇ ਔਰ ਧੀਆਂ। ਔਰ ਕਿਤੇ ਨਾ ਕਿਤੇ ਉਜਾਗਰ ਜੀ, ਇਹ ਜਿਹੜਾ ਮਾਂ ਪਿਓ ਦੇ ਦਿਲ ਦੇ ਵਿੱਚ ਇਹ ਡਰ ਰਹਿੰਦਾ ਸੀਗਾ ਕਿ ਉਹਨਾਂ ਦੀ ਸੇਫਟੀ, ਸੁਰੱਖਿਆ ਨੂੰ ਲੈ ਕੇ, ਕਿ ਪੰਜਾਬ ਦਾ ਮਾਹੌਲ ਜਾਂ ਕਿਸੇ ਹੋਰ ਸ਼ਹਿਰ ਦਾ ਮਾਹੌਲ ਨੂੰ ਲੈ ਕੇ ਕਹਿ ਸਕਦੇ ਆ, ਜਿਸ ਤਰੀਕੇ ਦਾ ਅੱਜ ਕੱਲ੍ਹ ਮਾਹੌਲ ਚੱਲ ਰਿਹਾ। ਪਰ ਤੁਸੀਂ ਆਪ ਸੋਚੋ ਕਿ ਇਹ ਮਾਹੌਲ ਨੂੰ, ਕਿ ਉਹ ਜਿਹੜੇ DC ਨੇ, ਇੱਕ ਤਾਂ ਉਹ ਹੈ ਕਿ ਜਿਹੜੇ ਜਿਨ੍ਹਾਂ ਨੂੰ ਡਰ ਦਾ ਮਾਹੌਲ ਫੀਲ ਹੋ ਰਿਹਾ, ਔਰ ਇੱਕ ਇਹਨਾਂ ਨੂੰ ਨਿਰਧਾਰਿਤ ਹੀ ਕਰ ਦੇਣਾ। ਇੱਥੇ ਸਾਡੀ ਸਰਕਾਰ ਸ਼ਲਾਘਾਯੋਗ ਹੈ, ਆਪਣੀ ਸ਼ਲਾਘਾ ਦੀ ਪਾਤਰ ਹੈ ਕਿ ਜਿਨ੍ਹਾਂ ਨੇ ਉਹ ਡਰ ਹੀ ਖਤਮ ਕਰਤਾ ਕਿ ਤੁਸੀਂ ਆਪ ਦੇਖੋ ਕਿ ਪੂਰੇ ਜ਼ਿਲ੍ਹੇ ਦਾ ਦਾਰਮਦਾਰ ਉਹਨਾਂ ਦੇ ਹੱਥ 'ਚ ਹੀ ਦੇਤਾ। ਬਿਲਕੁਲ, ਠੀਕ ਹੈ ਜੀ। ਸੋ ਕਿਤੇ ਨਾ ਕਿਤੇ ਜਿਹੜੀ
ਕਦਰ ਹੈ, ਜਿਹੜੀ ਕਿ ਰਿਸਪੈਕਟ ਹੈ ਵੂਮਨਸ ਲਈ ਸਾਨੂੰ ਸਾਡੇ ਦਿਲ 'ਚ ਵੀ ਵੱਧਦੀ ਹੈ। ਸੋ ਇੱਥੋਂ ਸਾਨੂੰ ਹੱਲਾਸ਼ੇਰੀ ਵੀ ਮਿਲਦੀ ਹੈ। ਹੋਰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਆ ਤੁਹਾਨੂੰ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਪ੍ਰਤੀ ਜਾਣਕਾਰੀ ਨਹੀਂ ਹੁੰਦੀ। ਸੋ ਤਾਂ ਕਰਕੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੀਆਂ ਜਾਣ, ਜਿਹਦੇ ਕਰਕੇ ਤੁਹਾਡੇ ਜਿਹੜੇ ਦਿਲ ਦੇ ਵਲਵਲੇ ਹੁੰਦੇ ਆ ਜਾਂ ਜਿਹੜੇ ਵਹਿਮ ਜਾਂ ਕੁਝ ਵੀ ਡਾਊਟ ਹੈ ਉਹ ਕਲੀਅਰ ਹੋ ਸਕਣ। ਸੋ ਆਰਟੀਕਲ ਲਿਖਿਆ ਸੀਗਾ ਤੁਸੀਂ, ਪਰ ਆਰਟੀਕਲ ਦੇ ਵਿੱਚ ਜਿਹੜੀਆਂ ਪਟਿਆਲੇ ਦੀਆਂ 4 ਜਿਹੜੀਆਂ ਕੁੜੀਆਂ ਨੇ, ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਡੀਸੀ ਚੁਣਿਆ ਗਿਆ, ਉਹਨਾਂ ਦਾ ਹੀ ਮੋਸਟਲੀ ਜ਼ਿਕਰ ਕੀਤਾ, ਉਹਨਾਂ ਤੇ ਹੀ ਲਿਖਿਆ। ਇਹਦਾ ਕਾਰਨ ਕੀ ਹੈ ਉਜਾਗਰ ਜੀ? ਉਹਦਾ ਐਵੇਂ ਜੀ, ਮੈਂ ਰਿਦਮ ਜੀ ਪਟਿਆਲੇ ਦੇ ਵਿੱਚ ਮੈਂ ਬਹੁਤ ਲੰਮੀ ਸਰਵਿਸ ਹੈ ਮੇਰੀ। ਮੈਂ ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ ਵੀ ਪਟਿਆਲੇ ਸੀ ਤੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਵੀ ਮੈਂ ਪਟਿਆਲੇ ਹੀ ਰਿਹਾ। ਇਸ ਕਰਕੇ ਮੈਂ ਦੇਖਦਾ ਰਿਹਾ ਜੀ ਵੀ ਲੜਕੀਆਂ ਜਿਹੜੀਆਂ ਜੀ ਇੱਥੇ ਕੰਮ ਕਰਦੀਆਂ ਸੀ, ਚਾਰੇ ਜਿਹੜੀਆਂ ਜਿਨ੍ਹਾਂ ਦੀ ਮੈਂ ਗੱਲ ਕਰਦਾ ਜੀ, ਇਹ ਚਾਰੇ ਪਟਿਆਲੇ ਨਾਲ ਸੰਬੰਧਿਤ ਨੇ। ਇਹਨਾਂ ਦੀ ਬੈਕਗ੍ਰਾਉਂਡ ਭਾਵੇਂ ਕਿਤੇ ਹੋਰ ਕਿਸੇ ਜ਼ਿਲ੍ਹੇ ਦਾ ਹੋਵੇ, ਪਰ ਪਟਿਆਲੇ ਆ ਕੇ ਸੈਟਲ ਹੋ ਗਈਆਂ ਜੀ। ਇਹ ਪਟਿਆਲੇ, ਇਹਨਾਂ ਦੇ ਵਿੱਚੋਂ 3 ਤਾਂ ਜਿਹੜੀਆਂ ਹੈਗੀਆਂ ਨੇ ਉਹ ਪਟਿਆਲੇ ਕੋਈ ਐਸਡੀਐਮ, ਕੋਈ ਜੀਏ, ਕੋਈ ਐਗਜ਼ੈਕਟਿਵ ਮੈਜਿਸਟ੍ਰੇਟ, ਕੋਈ ਹੋਰ ਕਿਸੇ ਅਹੁਦੇ ਤੇ ਉਹ ਇਹਨਾਂ ਤੇ ਉਹਨਾਂ ਦੇ ਕੰਮ ਕਰਦੀਆਂ ਰਹੀਆਂ ਨੇ ਉਹ। ਇਸ ਕਰਕੇ ਮੈਂ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਤੇ ਉਹਨਾਂ ਦੇ ਕੰਮ ਦੀ ਮੈਂ ਮਤਲਬ ਦੇਖ ਕੇ ਜਿੰਨੀ ਡੈਡੀਕੇਸ਼ਨ ਸੀਗੀ ਤਾਂ ਮੈਂ ਉਹਨਾਂ ਦੇ ਬਾਰੇ ਇਹ ਲਿਖਿਆ। ਹੁਣ ਮੈਂ ਦੇਖੋ ਤੁਹਾਨੂੰ ਇਹਨਾਂ 4 ਦੇ ਵਿੱਚੋਂ ਦੱਸਦਾ, ਤੁਹਾਡੇ ਸਾਹਮਣੇ ਆ ਬਈ ਪੂਨਮਦੀਪ, ਇੱਕ ਕੁੜੀ ਪੂਨਮਦੀਪ ਕੌਰ, ਉਹਦਾ ਜਿਹੜਾ ਫਾਦਰ ਸੀ ਉਹ ਦੇਸ਼ ਭਗਤ ਸੀਗਾ, ਕੁਲਵੀਰ ਸਿੰਘ ਜੀ ਸੁਨਾਮ ਤੋਂ ਸੀ। ਇੱਥੇ ਆ ਕੇ ਉਹ ਲੜਕੀ ਦਾ ਜਿਹੜਾ ਹਸਬੈਂਡ ਸੀਗਾ ਉਹ ਮਨਵਿੰਦਰ ਸਿੰਘ ਮੇਜਰ ਸੀਗਾ ਆਰਮੀ ਦੇ ਵਿੱਚ। ਉਹ ਆਰਮੀ ਦੇ ਵਿੱਚੋਂ ਆ ਕੇ ਉਹ ਲੜਕੀ ਹੈ ਜਿਹੜੀ, ਉਹਦਾ ਹਸਬੈਂਡ ਉਹ ਸ਼ਹੀਦ ਹੋ ਗਿਆ, ਉਸ ਦੇ ਬੇਸ ਤੇ ਉਹਨੂੰ ਇੱਥੇ ਰੱਖਿਆ ਗਿਆ। ਉਹ ਪੀਸੀਐਸ ਬਣੀ, ਪੀਸੀਐਸ ਤੋਂ ਆਈ। ਉਹ ਮੈਂ ਉਸ ਨੂੰ ਇੱਥੇ ਜੀਏ ਦੇ ਕੰਮ ਕਰਦੇ ਵੀ, ਐਸਡੀਐਮ ਦੇ ਕੰਮ ਕਰਦੇ ਵੀ ਦੇਖਿਆ, ਬਹੁਤ ਨੇੜਿਓਂ ਦੇਖਿਆ। ਉਹਨਾਂ ਦਾ ਕੰਮ ਬਹੁਤ ਅੱਛਾ ਸੀ, ਇਸ ਕਰਕੇ ਮੈਂ ਉਹ ਲਿਖਣ ਦਾ ਇਹ ਸੋਚਿਆ ਹੈ। ਕਿਆ ਬਾਤ ਹੈ। ਉਹ ਰੀਅਲ ਕਹਿੰਦੇ ਕਿ ਕਿਸੇ ਦੀ ਜੀਵਨੀ ਦੇ ਉੱਪਰ ਤੁਸੀਂ ਜੇ ਨੇੜਿਓਂ ਹਨਾ ਦੇਖਦੇ ਹੋ ਕਿਸੇ ਦੀ ਜੀਵਨੀ ਨੂੰ, ਤਾਂ ਤੁਹਾਨੂੰ ਖੁਦ ਨੂੰ ਵੀ ਇੱਕ એનર્ਜੀ ਮਿਲਦੀ ਹੈ ਅੰਦਰੋਂ, ਔਰ ਤੁਸੀਂ ਉਸ ਚੀਜ਼ ਤੋਂ ਇਨਸਪਾਇਰ ਹੋਏ ਹੋ। ਤੁਸੀਂ ਇਹ ਚੀਜ਼ ਨੂੰ ਦੱਸਿਆ ਵੀ ਹੈ, ਔਰ ਆਪਣੇ ਆਪ ਤੇ ਵੀ ਕਦੀ ਲੈ ਕੇ ਦੇਖੋ। ਕਹਿੰਦੇ ਆ ਕਿ ਨੈਵਰ ਗਿਵ ਅਪ, ਕਿ ਕਦੇ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ। ਜੇ ਸੰਘਰਸ਼ ਕਰਦੇ ਰਹਾਂਗੇ ਤਾਂ ਹੀ ਆਪਦੀ ਮੰਜ਼ਿਲ ਨੂੰ ਪਾ ਸਕਾਂਗੇ। ਸੋ ਇਦਾਂ ਦੀਆਂ ਕੁਝ ਹੋਰ ਗੱਲਾਂ ਜਾਰੀ ਰਹਿਣਗੀਆਂ ਉਜਾਗਰ ਸਿੰਘ ਜੀ ਦੇ ਨਾਲ। ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦਾ, ਜਾਣਾ ਕਿਤੇ ਨਹੀਂ ਆ, ਮਿਲਦੇ ਆ ਬ੍ਰੇਕ ਤੋਂ ਬਾਅਦ। आजो मटका कुल्फी, आजो मटका कुल्फी, आजो खोया कुल्फी, आजो मलाई कुल्फी, आजो। ਵੱਡੇ ਦਿਲ ਦੇ ਬੰਦੇ ਅਸੀਂ, ਵੱਡੇ ਸਾਡੇ ਕੰਮ, ਖੁਸ਼ੀਆਂ ਰਹਿੰਦੇ, ਖੁਸ਼ੀਆਂ ਵੰਡਦੇ, ਨਾਲੇ ਕਰਦੇ ਕਿ ਦੁਬਾਰਾ ਹੋ ਜਵੇ ਸੈਮ ਸੌਂਗ ਕਰਦੇ ਰਹਿੰਦੇ ਫਨ। ਹੋਏ ਆਜੋ ਸਾਡੇ ਸ਼ੋਅ ਤੇ ਕਰ ਲੋ ਤੁਸੀਂ ਵੀ ਫਨ ਤੇ ਮਸਤੀ। ਟਰੈਵਲ ਮਸਤੀ, ਹਾਂ ਹਾਂ ਟਰੈਵਲ ਮਸਤੀ, ਟਰੈਵਲ ਮਸਤੀ, ਟਰੈਵਲ ਮਸਤੀ, ਟਰੈਵਲ ਮਸਤੀ, ਹਾਂ ਹਾਂ ਟਰੈਵਲ ਮਸਤੀ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਖਾਸ ਮੁਲਾਕਾਤ 'ਚ। ਹਾਂਜੀ, ਆ ਰਿਹਾ ਮਜ਼ਾ। ਫਿਰ ਪ੍ਰੋਗਰਾਮ ਖਾਸ ਮੁਲਾਕਾਤ ਹੈ ਔਰ ਗੱਲਾਂ ਤੁਹਾਨੂੰ ਪਤਾ ਹੈ। ਖਾਸ ਅੱਜ ਦਾ ਵਿਸ਼ਾ ਸਾਡਾ ਵਿਮਨ ਪਾਵਰ, ਹਨਾ, ਨਾਰੀ ਸ਼ਕਤੀ ਜਿਹਦੀ ਗੱਲ ਕਰਦੇ ਹੁੰਦੇ ਆ ਅਕਸਰ, ਔਰ ਬਰਾਬਰੀ ਦਾ ਦਰਜਾ, ਜਿਹੜੀਆਂ ਕਿ ਇਹ ਚੀਜ਼ਾਂ ਹੈਪਨ ਹੋ ਰਹੀਆਂ ਨੇ ਔਰ ਕਿਤੇ ਨਾ ਕਿਤੇ ਇਹ ਪੋਸੀਬਲ ਹੋ ਸਕਿਆ ਸਾਡੀ ਸਰਕਾਰ ਦੀ ਬਦੌਲਤ ਔਰ ਤੁਹਾਡੀ ਹੱਲਾਸ਼ੇਰੀ, ਔਰ ਤੁਸੀਂ ਜਿਹੜੇ ਮੁਕਾਮ ਅਚੀਵ ਕੀਤੇ ਆ ਜਿਹਦੇ ਕਰਕੇ ਤੁਸੀਂ ਦੇਸ਼ ਦਾ ਨਾਮ ਰੋਸ਼ਨ ਕੀਤਾ, ਆਪਦੇ ਘਰ ਦਾ ਕੀਤਾ, ਮਾਂ ਪਿਓ ਦਾ ਕੀਤਾ, ਕਿ ਹੋਰਾਂ ਨੂੰ ਵੀ ਹਿੰਮਤ ਮਿਲ ਸਕੇ ਕਿ ਉਹ ਵੀ ਆਪਦੇ ਘਰ ਦੇ ਵਿੱਚੋਂ ਨਿਕਲਣ, ਆਪਦੇ ਸੁਪਨਿਆਂ ਨੂੰ ਪੂਰਾ ਕਰਨ। ਸੋ ਤੁਹਾਡੇ ਲਈ ਇਹ ਐਪੀਸੋਡ ਸਪੈਸ਼ਲੀ, ਤੇ ਉਜਾਗਰ ਜੀ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕੰਟੀਨਿਊ ਕਰਦੇ ਆ ਜੀ। ਉਜਾਗਰ ਜੀ, ਹਾਂਜੀ। ਅੱਛਾ ਰਿਦਮ ਜੀ, ਮੈਂ ਗੱਲ ਕਰ ਰਿਹਾ ਸੀ ਪੂਨਮਦੀਪ ਕੌਰ ਬਾਰੇ। ਤੁਹਾਨੂੰ ਦੱਸਿਆ ਜਿਹੜੀ ਦੂਜੀ ਲੜਕੀ ਇੱਥੇ ਪਟਿਆਲੇ ਦੀ ਹੈ ਉਹ ਹੈਗਾ ਪ੍ਰਨੀਤ ਕੌਰ ਸ਼ੇਰਗਿੱਲ। ਹਾਂਜੀ, ਪ੍ਰਨੀਤ ਕੌਰ ਸ਼ੇਰਗਿੱਲ ਪਟਿਆਲੇ ਤੇ ਪਹਿਲਾਂ ਉਹਨੇ ਇੱਥੇ ਹੀ ਸਰਵਿਸ ਕੀਤੀ ਹੈ, ਇੱਥੇ ਹੀ ਟ੍ਰੇਨਿੰਗ ਕੀਤੀ ਹੈ ਤੇ ਮੈਂ ਉਸ ਨੂੰ ਬਹੁਤ ਨੇੜਿਓਂ ਕੰਮ ਕਰਦਿਆਂ ਦੇਖਿਆ। ਤੇ ਉਹਦਾ ਜਿਹੜੀ ਬੈਕਗ੍ਰਾਉਂਡ ਆ ਪ੍ਰਨੀਤ ਕੌਰ ਸ਼ੇਰਗਿੱਲ ਦੀ, ਉਹਦਾ ਜਿਹੜਾ ਫਾਦਰ ਸੀ ਉਹ ਵੀ ਕੁਪਵਾੜਾ ਸ਼ਹੀਦ ਹੋਇਆ ਸੀਗਾ। ਅੱਛਾ ਜੀ। ਤੇ ਉਹ ਵੀ ਬ੍ਰਿਗੇਡੀਅਰ ਸੀ ਤੇ ਉਹਦਾ ਤਾਇਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਿਹਾ। ਅੱਛਾ ਜੀ। ਤੇ ਸ਼ਿਵਿੰਦਰ ਸਿੰਘ, ਮਤਲਬ ਕਿ ਉਹ ਕੁੜੀ ਜਰਨਲਿਸਟ ਸੀਗੀ, ਉਸ ਨੂੰ ਵਰਕਿੰਗ ਦਾ ਸਾਰੀ ਦਾ ਪਤਾ ਹੈ। ਉਹ ਤਾਂ ਇੱਕ ਵੱਡੀ ਉਹਦੇ ਵਿੱਚ ਹੋਰ ਇੱਕ ਉਹਦੇ ਲਈ ਜਿਵੇਂ ਕਹਿੰਦੇ ਨੇ ਵਾਧਾ ਹੋਇਆ। ਉਹਦਾ ਜਿਹੜਾ ਸਹੁਰਾ ਪਰਿਵਾਰ ਆ ਉਹ ਪਟਿਆਲੇ ਵਿਆਹੀ ਗਈ ਆ। ਤੁਸੀਂ ਵੀ ਜਾਣਦੇ ਹੋਗੇ ਇੱਕ ਅਮਰ ਸਿੰਘ ਕੰਬੋਜ ਹੁੰਦੇ ਸੀ ਪਟਿਆਲੇ ਦੇ ਵਿੱਚ, ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਹਸਤਾਖਰ ਆ, ਬੜਾ ਵੱਡਾ ਨਾਂ ਆ। ਅਮਰ ਆਸ਼ਰਮ ਉਹਨਾਂ ਦਾ ਹੁੰਦਾ ਸੀ, ਉਹਦਾ ਹੁਣ ਵੀ ਹੈਗਾ। ਉਹਨਾਂ ਦਾ ਜਿਹੜਾ ਮਤਲਬ ਸਹੁਰਾ ਹੈ ਉਹ ਕਰਮਿੰਦਰਾ ਸਿੰਘ, ਉਹਨੇ ਡੈਫ ਐਂਡ ਡੰਬ ਸਕੂਲ ਖੋਲ੍ਹਿਆ ਹੋਇਆ ਸੈਫਦੀਪੁਰ ਦੇ ਵਿੱਚ। 450 ਡੈਫ ਐਂਡ ਡੰਬ ਬੱਚਾ, ਲੜਕੇ ਤੇ ਲੜਕੀਆਂ ਪੜ੍ਹਦੇ ਨੇ ਉੱਥੇ, ਤੇ ਨਾਲੇ ਉੱਥੇ ਹੀ ਰਹਿੰਦੇ ਨੇ, ਬੋਰਡਿੰਗ 'ਚ ਨੇ।
ਤੇ ਉਹਦਾ ਮਤਲਬ ਜਿਹੜਾ ਹਸਬੈਂਡ ਆ ਸਿਮਰਤ ਸਿੰਘ, ਉਹ ਵੀ ਇਹੀ ਕੰਮ ਕਰ ਰਿਹਾ, ਸਮਾਜ ਸੇਵਾ ਦਾ ਕੰਮ ਕਰ। ਕਹਿਣ ਤੋਂ ਮੇਰਾ ਭਾਵ ਹੈ ਵੀ ਉਸ ਕੁੜੀ ਨੇ ਜਦੋਂ ਉੱਥੇ ਫਤਿਹਗੜ੍ਹ ਸਾਹਿਬ ਉਹ DC ਲੱਗੀ, ਤੇ ਜਦੋਂ ਹੜ੍ਹ ਆਇਆ, ਹੁਣ ਹੜ੍ਹ ਦੇ ਵਿੱਚ ਉਹਨੇ ਐਡਾ ਵੱਡਾ ਵਧੀਆ ਕੰਮ ਕੀਤਾ ਕਿ ਉਹ ਪਾਣੀ ਦੇ ਵਿੱਚ ਵੀ ਜਾ ਕੇ ਲੋਕਾਂ ਦੀ ਮਦਦ ਕਰਦੀ ਰਹੀ, ਕਿਉਂਕਿ ਅਫਸਰਾਂ ਨੂੰ ਜਿਹੜੇ ਬਾਕੀ ਜਿਹੜੇ ਜੂਨੀਅਰ ਸਟਾਫ ਹੁੰਦਾ ਉਹਨਾਂ ਨੂੰ ਵੀ ਹੌਸਲਾ ਮਿਲਦਾ ਜੇ ਇੱਕ ਅਧਿਕਾਰੀ ਉੱਥੇ ਜਾ ਕੇ ਕੰਮ ਕਰਦਾ ਹੈ। ਫਿਰ ਤੀਜੀ ਜਿਹੜੀ ਕੁੜੀ ਹੈ ਉਹ ਹੈਗੀ ਸਾਡੇ ਫਾਜ਼ਿਲਕਾ DC ਲੱਗੀ ਹੈ, ਸੇਨੂ ਕਪਲਾ ਦੁੱਗਲ, ਉਹਦੀ ਮਦਰ ਇੱਥੇ ਪ੍ਰਿੰਸੀਪਲ ਰਹੀ ਆ, ਸੰਗੀਤ ਫੈਮਿਲੀ ਨਾਲ ਹੈ। ਉਹ ਵੂਮਨ ਕਾਲਜ ਦੀ ਸੁਰਿੰਦਰ ਕਪਲਾ ਆਪ ਬਹੁਤ ਅੱਛੀ ਸੰਗੀਤਕਾਰ ਹੈ। ਤੇ ਉਸ ਲੜਕੀ ਨੇ ਮਤਲਬ ਇੰਨਾ ਵਧੀਆ ਕੰਮ ਕੀਤਾ ਉੱਥੇ। ਮੈਂ ਉਹਨੂੰ ਪਬਲਿਕ ਰਿਲੇਸ਼ਨ ਸਾਡੇ ਰਹੀ ਆ, ਉਹ ਪਬਲਿਕ ਰਿਲੇਸ਼ਨ 'ਚੋਂ ਜਾ ਕੇ IAS ਬਣੀ ਆ। ਰਾਤ ਬਰਾਤੇ ਪਬਲਿਕ ਰਿਲੇਸ਼ਨ ਦਾ ਕੰਮ ਬੜਾ ਟੀਡੀਐਸ ਹੁੰਦਾ, ਰਾਤ ਬਰਾਤੇ ਕੰਮ ਕਰਨਾ ਪੈਂਦਾ। ਉਹ ਬੜੀਆਂ ਇੰਪੋਰਟੈਂਟ ਸ਼ਾਖਾਵਾਂ ਵਿੱਚ ਕੰਮ ਕੀਤਾ। ਉਹ ਫਿਰ ਜਦੋਂ ਫਾਜ਼ਿਲਕਾ ਜਾ ਕੇ ਆ ਸਾਰਾ ਪਾਣੀ ਜਿਹੜਾ ਇੱਧਰੋਂ ਜਾ ਕੇ ਰਾਵੀ ਸਤਲੁਜ ਦਾ ਜਿਹੜਾ ਜਾਂਦਾ ਉਹ ਉੱਥੇ ਫਿਰੋਜ਼ਪੁਰ ਜ਼ਿਲ੍ਹੇ ਜਾਂਦਾ, ਫਾਜ਼ਿਲਕਾ ਜਾਂਦਾ। ਉੱਥੇ ਵੀ ਉਹਨੇ ਇੱਕ ਜਿਹੜੀ ਲੜਕੀਆਂ ਲਈ ਜਿਹੜਾ ਕੰਮ ਕੀਤਾ, ਸਕੂਲਾਂ ਜਾ ਕੇ ਲੜਕਿਆਂ ਨੂੰ ਪ੍ਰੇਰਿਤ ਕਰਨ ਲਈ, ਉਹ ਬਹੁਤ ਅੱਛਾ ਕੰਮ ਕੀਤਾ। ਉਹ ਬਹੁਤ ਅੱਛਾ ਕੰਮ ਕਰ ਰਹੀ ਆ, ਉਹਨੂੰ ਮੈਂ ਦੇਖਿਆ। ਤੇ ਚੌਥੀ ਲੜਕੀ ਹੈਗੀ ਜਿਹੜੀ ਤਰਨਤਾਰਨ DC ਲੱਗੀ ਹੋਈ ਹੈ, ਬਲਦੀਪ ਕੌਰ। ਬਲਦੀਪ ਕੌਰ ਦਾ ਜਿਹੜਾ ਫਾਦਰ ਵੀ ਇੱਥੇ ਸੈਸ਼ਨ ਜੱਜ ਰਿਹਾ, ਸਰਦਾਰ ਬੇਅੰਤ ਸਿੰਘ ਬੇਦੀ, ਬਹੁਤ ਬੜਾ ਸਟੇਟ ਫਾਰਵਰਡ, ਬੜਾ ਇਮਾਨਦਾਰ ਸੀਗਾ। ਤੇ ਉਹਦਾ ਜਿਹੜਾ ਹਸਬੈਂਡ ਆ ਉਹ ਇੱਥੇ ਡਿਪਟੀ ਚੀਫ ਇੰਜੀਨੀਅਰ ਆ ਬਿਜਲੀ ਬੋਰਡ 'ਚ। ਬੜੇ ਅੱਛੇ ਫੈਮਿਲੀ ਨੇ, ਬੜਾ ਅੱਛਾ ਡਿਸਿਪਲਿਨ 'ਚ ਇੱਕ ਚਾਰੇ ਕੁੜੀਆਂ ਨਾ, ਕਿਉਂਕਿ ਇਹ ਦੋਨੋਂ ਕੁੜੀਆਂ ਦੀ ਜਿਹੜੀ ਬੈਕਗਰਾਊਂਡ ਆ ਉਹ ਪਹਿਲੀਆਂ ਦੀ ਫੌਜੀ ਬੈਕਗਰਾਊਂਡ ਆ ਹੈਗੀ, ਇਸ ਕਰਕੇ ਉਹਨਾਂ ਨੂੰ ਅਨੁਸ਼ਾਸਨ 'ਚ ਨੇ। ਇਹ ਵੀ ਕੁੜੀ ਅਨੁਸ਼ਾਸਨ 'ਚ ਹੈ। ਇੱਕ ਸਾਡੇ ਅੰਮ੍ਰਿਤ ਕੌਰ ਗਿੱਲ ਆ ਜਿਹੜੀ ਉਹ ਪਟਿਆਲੇ ਦੇ ਵਿੱਚ ਰਹੀ ਆ, ਬਹੁਤ ਅੱਛਾ ਕੰਮ ਕਰਦੀ ਸੀ ਲੜਕੀ, ਹੈਰੀਟੇਜ ਦੇ ਵਿੱਚ ਵੀ ਕੰਮ ਕੀਤਾ। ਇਹਨਾਂ ਚਾਰਾਂ ਕੁੜੀਆਂ ਨੂੰ ਇੱਥੇ ਤੁਸੀਂ ਪਟਿਆਲੇ ਦੇ ਹੈਰੀਟੇਜ ਮੇਲੇ ਲੱਗਦੇ ਦੇਖੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ। ਇਹਨਾਂ ਨੇ ਬਹੁਤ ਸਵੇਰ ਤੋਂ ਲੈ ਕੇ ਰਾਤ ਤੱਕ, ਤੁਹਾਨੂੰ ਪਤਾ ਵੀ ਇੱਕ ਫੰਕਸ਼ਨ ਆਯੋਜਿਤ ਕਰਨਾ ਹੋਵੇ ਕਿੰਨਾ ਔਖਾ, ਉਹ 15-15 ਦਿਨ ਦੇ ਹੈਰੀਟੇਜ ਮੇਲੇ ਕਰਦੇ ਰਹੇ। ਇਹ ਸਾਰਿਆਂ ਦਾ ਪ੍ਰਬੰਧ ਇਹ ਲੜਕੀਆਂ ਦੇਖਦੀਆਂ ਰਹੀਆਂ, ਇਸ ਕਰਕੇ ਮਤਲਬ ਮੈਂ ਇਹਨਾਂ ਲੜਕੀਆਂ ਦਾ ਬਹੁਤ ਕਦਰਦਾਨ ਹੈ। ਕੀ ਬਾਤ ਹੈ। ਔਰ ਇਸ ਕਰਕੇ ਹੀ ਇਹਨਾਂ ਨੇ ਸਿਰਫ ਇਹ ਚਾਰ ਜਿਹੜੀ ਔਰਤਾਂ ਨੇ, ਚਾਰ ਜਿਹੜੇ DCs ਨੇ ਜਿਹੜੇ ਪਟਿਆਲਾ ਤੋਂ ਨੇ, ਉਹਨਾਂ ਦੀ ਜੀਵਨੀ ਨੂੰ ਬਹੁਤ ਨੇੜਿਓਂ ਦੇਖਿਆ, ਉਹਨਾਂ ਦੇ ਸੰਘਰਸ਼ ਨੂੰ ਬਹੁਤ ਨੇੜਿਓਂ ਦੇਖਿਆ, ਉਹਨਾਂ ਦੀ ਫੈਮਿਲੀ ਦੀ ਸਪੋਰਟ ਨੂੰ ਦੇਖਿਆ, ਉਹਨਾਂ ਦੇ ਜਿਹੜੇ ਐਫਰਟਸ ਆ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਜਜ਼ਬੇ ਨੂੰ ਬਹੁਤ ਕਰੀਬ ਤੋਂ ਦੇਖਿਆ। ਤਾਂ ਕਰਕੇ ਇਹਨਾਂ ਨੇ ਆਪਣੇ ਆਰਟੀਕਲ ਦੇ ਵਿੱਚ ਸਿਰਫ ਉਹਨਾਂ ਚਾਰ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ। ਰਾਈਟ ਸਰ? ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਸਫਲ ਹੋਣ ਦੇ ਪਿੱਛੇ, ਜਿਵੇਂ ਅੱਜ ਆਪਾਂ ਵਿਮਨਸ ਦੇ ਸਫਲ ਹੋਣ ਦੀ ਗੱਲ ਕਰ ਰਹੇ ਹਾਂ, ਫੈਮਿਲੀ ਦਾ ਕੀ ਯੋਗਦਾਨ ਰਹਿੰਦਾ ਹੈ ਸਰ ਕਿਤੇ ਨਾ ਕਿਤੇ? ਜਿਸ ਫੈਮਿਲੀ ਦਾ ਹੈਡ ਫਰੀडम ਫਾਈਟਰ ਹੋਵੇ ਜੀ, ਉਹ ਫਰੀडम ਉਹਨੇ ਉਹ 'ਚ ਹਿੱਸਾ ਲਿਆ ਹੋਵੇ, ਤੇ ਜਿਸ ਫੈਮਿਲੀ ਦੇ ਦੋ ਫੈਮਿਲੀਆਂ ਨੇ ਜਿਹੜੇ ਕਿ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਹੋਣ, ਉਹਨਾਂ ਦੇ ਵਿੱਚ ਕਿੰਨਾ ਜੋਸ਼ ਹੁੰਦਾ, ਕਿੰਨਾ ਹੌਸਲਾ ਹੁੰਦਾ। ਜੇ ਸ਼ਹੀਦ ਆਪਾਂ ਤਾਂ ਕਹਿ ਦਿੰਦੇ ਹਾਂ ਬਹੁਤ ਸੌਖਾ ਹੁੰਦਾ, ਪਰ ਉਸ ਨੂੰ ਬਰਦਾਸ਼ਤ ਕਰਨਾ, ਉਸ ਤੋਂ ਪ੍ਰੇਰਨਾ ਲੈਣੀ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਤਾਂ ਕਹਿੰਦਾ ਵੀ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਕਦੇ ਵੀ ਨਹੀਂ ਕੁਛ ਹੋ ਜਾਂਦਾ। ਜਿਹੜਾ ਅਮਰ ਸਿੰਘ ਕੰਬੋਜ ਸੀਗਾ, ਉਹਦਾ ਫਾਦਰ ਵੀ ਡਿਪਟੀ ਕਮਿਸ਼ਨਰ ਸੀਗਾ ਪਟਿਆਲੇ ਦਾ। ਇਸ ਕਰਕੇ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਸਾਡੀ ਵਿਰਾਸਤ ਆ, ਉਹਨੂੰ ਹਮੇਸ਼ਾ ਸਪੋਰਟ ਕਰਦੇ ਰਹੇ ਸੀ ਉਹ ਬੱਚਿਆਂ ਨੂੰ, ਵੀ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਮਗਰ ਆ। ਤੇ ਤਾਂ ਹੀ ਉਹਨਾਂ ਨੇ ਐਡਾ ਕੰਮ ਕੀਤਾ, ਨਹੀਂ ਤਾਂ ਕੰਮ ਹੀ ਨਹੀਂ ਕਰਦੇ ਬੱਚੇ। ਜਿਸ ਤਰ੍ਹਾਂ ਤੁਸੀਂ ਥੋੜੀ ਦੇਰ ਪਹਿਲਾਂ ਹੀ ਦੱਸਿਆ ਕਿ ਜਿੰਨੇ ਵੀ ਸਾਡੇ ਡਿਪਟੀ ਕਮਿਸ਼ਨਰ ਆ, ਫੀਮੇਲ ਡਿਪਟੀ ਕਮਿਸ਼ਨਰਸ ਨੇ, ਜਿਨ੍ਹਾਂ ਨੇ ਫਲੱਡਸ ਦੇ ਟਾਈਮ, ਹੜ੍ਹਾਂ ਦੇ ਟਾਈਮ ਦੇ ਵਿੱਚ ਵੀ ਪਿੰਡਾਂ 'ਚ ਜਾ ਕੇ ਕਿੰਨੀ ਕੰਮ ਕੀਤੇ ਆ, ਕਿੰਨਾ ਲੋਕਾਂ ਦੀ ਹੈਲਪ ਕੀਤੀ ਆ, ਕਿੰਨਾ ਸਹਿਯੋਗ ਦਿੱਤਾ ਪ੍ਰਸ਼ਾਸਨ ਦੇ ਨਾਲ, ਜਿੰਨੇ ਆਪਦੇ ਹੋਰ ਅਧਿਕਾਰੀ ਆ ਉਹਨਾਂ ਦੇ ਨਾਲ ਕੰਧਾ ਮਿਲਾਇਆ ਸੋ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਘਰ ਦੇ ਵਿੱਚੋਂ ਹੱਲਾਸ਼ੇਰੀ ਮਿਲੀ ਆ, ਕਿ ਚਾਹੇ ਘਰ ਦੇ ਵਿੱਚੋਂ ਬਲੀਦਾਨ ਦਿੱਤਾ ਗਿਆ, ਦੇਸ਼ ਦੇ ਵਿੱਚ ਯੋਗਦਾਨ ਦਿੱਤਾ ਗਿਆ, ਦੇਸ਼ ਦੇ ਲਈ ਸੇਵਾ ਕੀਤੀ ਗਈ ਆ। ਤੇ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ એનર્ਜੀ ਆ, ਉਹਨਾਂ ਦਾ ਜਿਹੜਾ ਉਹਨਾਂ ਦੇ ਅਧਿਕਾਰੀਆਂ ਦੇ ਉੱਪਰ ਉਹਦਾ ਇਫੈਕਟ ਪਿਆ ਕਿ ਉਹਨਾਂ ਤੋਂ ਪ੍ਰਭਾਵਿਤ ਹੋਏ ਕਿ ਇਹ ਕਰ ਰਹੇ ਨੇ, ਸਾਡੇ ਉੱਚੇ ਅਫਸਰ ਕਰ ਰਹੇ ਨੇ, ਤੇ ਸਾਨੂੰ ਵੀ ਇਹ ਚੀਜ਼ ਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਆਪਦੇ ਪੰਜਾਬ ਦੇ ਲੋਕਾਂ ਨੂੰ ਸਾਡੀ ਸਹਾਇਤਾ ਦਿੱਤੀ ਜਾ ਸਕੇ। ਸੋ ਤਾਂ ਕਰਕੇ ਕਹਿੰਦੇ ਆ ਨਾ ਕਿ ਕੋਈ ਚੀਜ਼ ਵੀ ਆ, ਵੈਸੇ ਤਾਂ ਅਕਸਰ ਜਿਹੜਾ ਵੀ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੁੰਦੀ ਆ ਕਿ ਇੱਕ ਕਾਮਯਾਬ ਬੰਦੇ ਦੇ ਪਿੱਛੇ ਕਹਿੰਦੇ ਔਰਤ ਦਾ ਹੱਥ ਹੁੰਦਾ। ਸੋ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਸਾਡੀ ਸਰਕਾਰ ਨੇ ਵੀ ਇਹੀ ਸੋਚਿਆ
ਹੋਵੇਗਾ ਕਿ ਕੀ ਹੋ ਸਕਦਾ ਹੈ, ਕੀ ਪਤਾ ਹੋਊਗਾ ਵੀ ਕਿ ਪੰਜਾਬ ਨੂੰ ਵੀ ਅਸੀਂ ਸਕਸੈਸ ਬਣਾਉਣਾ ਹੈ। ਜੇ ਗੱਲ ਅਸੀਂ ਬਰਾਬਰੀ ਦੀ ਕਰਦੇ ਹਾਂ, ਕਿਉਂ ਨਾ ਮੌਕੇ ਦੀ ਗੱਲ ਹੁੰਦੀ ਹੈ ਤੇ ਮੌਕੇ ਤੇ ਹੀ ਚੌਕਾ ਵੱਜ ਜਾਂਦਾ ਹੈ। ਸੋ ਇਹ ਚੌਕੇ ਵੱਜ ਵੀ ਰਹੇ ਨੇ ਔਰ ਉਹਦੇ ਗਵਾਹ ਸਾਡੇ ਨਾਲ ਮੌਜੂਦ ਨੇ ਉਜਾਗਰ ਸਿੰਘ ਜੀ, ਜਿਹੜੇ ਆਪਣੇ ਜ਼ੁਬਾਨ ਤੋਂ ਇਹ ਚੀਜ਼ਾਂ ਨੂੰ ਬਿਆਨ ਕਰ ਰਹੇ ਨੇ ਔਰ ਅੱਛਾ ਵੀ ਲੱਗ ਰਿਹਾ ਸੁਣ ਕੇ ਔਰ ਕਿਤੇ ਨਾ ਕਿਤੇ ਮੋਟੀਵੇਸ਼ਨ ਤੁਹਾਨੂੰ ਵੀ ਮਿਲ ਰਹੀ ਹੋਏਗੀ। ਸੋ ਬੇਟੀ ਪੜਾਓ ਬੇਟੀ ਬਚਾਓ, ਸਿਰਫ ਪੜੋ ਨਾ, ਇਹਦੇ ਉੱਪਰ ਅਮਲ ਵੀ ਕਰੋ। ਸੋ ਆਪਦੀ ਬੇਟੀ, ਆਪਦੀ ਧੀ, ਕੋਈ ਹੋਰ ਭੈਣ ਭਰਾ ਆ, ਉਹਦੀ ਜਿਹੜੀ ਆ ਸਪੋਰਟ ਵੀ ਕਰੋ। ਤੇ ਉਜਾਗਰ ਜੀ, ਹੋਰ ਕੋਈ ਆਪਦੀ ਲਾਈਫ ਦਾ ਕੋਈ ਤਜਰਬਾ ਵਿਮਨਸ ਨੂੰ ਲੈ ਕੇ ਸਾਡੇ ਦਰਸ਼ਕਾਂ ਨੂੰ ਜੀ ਮੈਂ ਤੁਹਾਡੇ ਸਾਹਮਣੇ ਦੇਖਿਆ ਹੈ, ਆਪਾਂ ਪਟਿਆਲੇ ਵਾਲਿਆਂ ਨੇ ਦੇਖਿਆ, ਸਾਕਸ਼ੀ ਸਾਹਨੀ ਆ ਪਟਿਆਲੇ ਦੀ ਡਿਪਟੀ ਕਮਿਸ਼ਨਰ। ਜੀ ਤੁਸੀਂ ਦੇਖੋ ਕਿੰਨਾ ਪੈਨਿਕ ਸੀ, ਕਿੰਨਾ ਉਹਨਾਂ ਨੇ, ਮੈਂ ਕਿਉਂਕਿ ਪਹਿਲੇ 2 ਹੜ੍ਹਾਂ 'ਚ ਵੀ ਮੈਂ ਇੱਥੇ ਰਿਹਾ, ਮੈਂ APR ਹੁੰਦਾ ਸੀ ਜੀ। 88 ਦੇ ਵਿੱਚ ਜਦੋਂ ਹੜ੍ਹ ਆਏ ਨੇ ਉਦੋਂ ਵੀ ਮੈਂ ਇੱਥੇ ਸੀਗਾ ਜੀ। 93 'ਚ ਮੈਂ DPRO ਸੀਗਾ ਜੀ। ਮੈਂ ਉਦੋਂ ਵੀ ਦੇਖਿਆ ਲੋਕਾਂ ਦੇ ਵਿੱਚ ਬਹੁਤ ਡਰ ਸੀਗਾ, ਪਰ ਇਹਨਾਂ ਨੇ ਕਮਾਲ ਦੀ ਇਹ ਗੱਲ ਲਿਖੀ, ਇਹਨਾਂ ਨੇ ਲੋਕਾਂ ਦੇ ਵਿੱਚ ਕੋਈ ਪੈਨਿਕ ਪੈਦਾ ਨਹੀਂ ਹੋਣ ਦਿੱਤਾ। ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਉਹ ਤੇ ਸੂਚਨਾ, ਤੁਸੀਂ ਹੈਰਾਨ ਹੋਵੋਗੇ, ਇਹਨਾਂ ਨੇ ਜਿਹੜੇ ਵਲੰਟੀਅਰ ਸੀਗੇ ਜਾਂ ਸੋਸ਼ਲ ਕੰਮ ਕਰਨ ਵਾਲੀਆਂ ਸੰਸਥਾਵਾਂ ਸੀ, ਉਹਨਾਂ ਦੇ ਨਾਲ WhatsApp ਤੇ ਉਹਨਾਂ ਨੂੰ ਜੋੜ ਲਿਆ ਆਪਣੇ ਨਾਲ। ਜੇ ਕਿਸੇ ਦਾ ਕੋਈ ਕੁਐਸਚਨ ਹੁੰਦਾ ਸੀ ਉਹਨੂੰ ਉੱਥੇ WhatsApp ਤੇ ਤੁਰੰਤ ਜਵਾਬ ਦਿੰਦੇ ਸੀ। ਅੱਜ ਮੈਂ ਦੇਖਿਆ ਵੀ ਇੱਕ ਵਾਰ ਬੀੜ ਮੋਤੀ ਬਾਗ ਆ ਜਿਹੜਾ, ਇਹਦੇ ਕੋਲ ਇਹ ਜਾ ਰਿਹਾ ਸੀ ਆਪਣੀ ਗੱਡੀ 'ਚ, ਗੱਡੀ ਪਾਣੀ 'ਚ ਘਿਰ ਗਈ ਸੀ ਜੀ। ਮਤਲਬ ਈਵਨ ਜ਼ਿੰਦਗੀ ਮੌਤ ਦਾ ਸਵਾਲ ਸੀ, ਪਰ ਉਹਦੇ ਮੌਤ ਦੇ ਮੂੰਹੋਂ 'ਚੋਂ ਨਿਕਲੇ। ਕਿਤੇ ਵੀ ਕੋਈ ਇਨਸੀਡੈਂਟ ਹੋਈ ਉੱਥੇ ਮੌਕੇ ਤੇ ਪਹੁੰਚੇ। ਉਹਨਾਂ ਦੀ ਛੋਟੀ 1.5 ਸਾਲ ਦੀ ਬੱਚੀ ਸੀ, ਸੁੱਤੇ ਪਏ ਤੇ ਆ ਜਾਂਦੇ, ਸੁੱਤੀ ਪਏ ਤੇ ਜਾਂਦੇ ਸੀ। ਉਹ ਫੋਟੋਆਂ ਤੇ ਹੀ ਦੇਖਦੀ ਸੀ ਮੇਰੀ ਮਾਂ ਹੈ। ਇਸ ਕਰਕੇ ਇੱਦਾਂ ਹੀ ਆਸ਼ਿਕਾ ਜੈਨ ਆਪਣੇ ਮੋਹਾਲੀ ਤੋਂ, ਇੱਥੇ ਪ੍ਰੀਤੀ ਸਪਰੂ ਆ, ਇਸ ਤਰ੍ਹਾਂ ਕੋਮਲ ਹੈਗੀ, ਮਿੱਤਲ, ਮਤਲਬ ਇਹ ਲੜਕੀਆਂ ਨੇ। ਲੁਧਿਆਣੇ ਵਾਲੇ DC ਨੇ ਮਿਸਿਸ ਮਲਿਕ, ਇਹ ਜਿਹੜੇ DC ਨੇ ਨਾ, ਇਹਨਾਂ ਨੇ ਬਹੁਤ ਹੜ੍ਹਾਂ ਦੇ ਵਿੱਚ, ਹੁਸ਼ਿਆਰਪੁਰ ਵਾਲੇ ਸਾਰਿਆਂ ਨੇ ਤਰਨਤਾਰਨ ਵਾਲੇ ਹੜ੍ਹਾਂ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ। ਉਹ ਮਤਲਬ ਕੰਮ ਨੂੰ ਦੇਖ ਕੇ ਮਤਲਬ ਮੈਨੂੰ ਇਉਂ ਲੱਗਦਾ ਵੀ ਜਿਸ ਤਰ੍ਹਾਂ ਜੇ ਇਹ ਕੁੜੀਆਂ ਅੱਗੇ ਆ ਰਹੀਆਂ ਨੇ, ਕੰਮ ਕੀਤਾ ਇਹਨਾਂ ਨੇ, ਤੇ ਜਿਹੜੇ ਮਰਦ ਨੇ, ਮੈਂ ਕਹਿੰਦਾ ਉਹਨਾਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣੀ ਪਏਗੀ। ਉਹ ਪ੍ਰੇਰਨਾ ਲੈਣਗੇ ਵੀ ਜੇ ਇਸਤਰੀਆਂ ਇਸ ਤਰ੍ਹਾਂ ਕੰਮ ਕਰ ਸਕਦੇ, 50% ਸਾਡੇ ਸਮਾਜ ਦਾ ਹੈ, ਜੇ ਉਹ ਕੰਮ ਕਰ ਸਕਦੇ ਅਸੀਂ ਕਿਉਂ ਨਹੀਂ ਕੰਮ ਕਰ ਸਕਦੇ। ਇਸ ਕਰਕੇ ਹੋਰ ਸਾਡੇ ਨੌਜਵਾਨਾਂ ਨੂੰ, ਲੜਕੀਆਂ ਨੂੰ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਬਿਲਕੁਲ ਜੀ। ਔਰ ਇੱਥੇ ਗੱਲ ਸਿਰਫ ਅਸੀਂ ਡਿਪਟੀ ਕਮਿਸ਼ਨਰ ਦੀ ਨਹੀਂ ਕਰ ਰਹੇ, ਨਾਰੀ ਸ਼ਕਤੀ ਦੀ ਕਰ ਰਹੇ ਹਾਂ। ਔਰ ਨਾਰੀ ਸ਼ਕਤੀ, ਜਿੱਥੇ ਅਸੀਂ ਘਰ ਦੀ ਗੱਲ ਕਰਦੇ ਹਾਂ, ਹਰ ਚੀਜ਼ ਦੀ ਸ਼ੁਰੂਆਤ ਕਹਿੰਦੇ ਘਰ ਤੋਂ ਹੀ ਹੁੰਦੀ ਹੈ। ਗੱਲ ਕਰੀਏ ਚਾਹੇ ਖੇਡਾਂ ਦੀ, ਜੇ ਇੱਕ ਮਰਦ, ਇੱਕ ਆਦਮੀ, ਇੱਕ ਬੰਦਾ, ਜੇ ਉਹ ਸ਼ੈਫ ਬਣ ਸਕਦਾ ਹੈ ਹਨਾ, ਹੋਟਲਸ ਦੇ ਵਿੱਚ, ਆਪਦੇ ਰੈਸਟੋਰੈਂਟ ਦੇ ਵਿੱਚ ਆਪਦੀ ਡਿਸ਼ਿਸ ਬਣਾ ਸਕਦਾ ਹੈ ਹਨਾ, ਤੇ ਇੱਕ ਔਰਤ ਕੋਈ ਹੋਰ ਕਿਉਂ ਨਹੀਂ, ਪਾਇਲਟ ਕਿਉਂ ਨਹੀਂ ਬਣ ਸਕਦੀ, ਰਾਈਟ? ਜੇ ਬੰਦਾ ਇੱਕ ਟੇਲਰ ਬਣ ਸਕਦਾ ਹੈ ਤਾਂ ਵੀਮਨ ਹੈ, ਉਹ ਕੋਈ ਹੋਰ ਚੀਜ਼ ਕਿਉਂ ਨਹੀਂ ਬਣ ਸਕਦੀ, ਰਾਈਟ? ਤੇ ਸੋ ਇਹੀ ਇੱਕ ਚੀਜ਼ ਹੈ ਜਿਹੜੀ ਆਪਦੀ ਸੋਚ ਹੈ, ਬਸ ਇਹਨੂੰ ਅਸੀਂ ਬਦਲਣਾ ਹੈ। ਸਿਰਫ ਇੰਨਾ ਕੀ ਕਰਨਾ ਹੈ। ਔਰ ਗੱਲ ਸਿਰਫ ਵੂਮਨਸ ਦੀ ਕਰ ਰਹੇ ਹਾਂ ਔਰ ਬਰਾਬਰੀ ਦੀ ਕਰ ਰਹੇ ਹਾਂ ਔਰ ਬਰਾਬਰੀ ਦਾ ਦਰਜਾ ਔਰ ਬਰਾਬਰ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਹੈ। ਸੋ ਇਹੀ ਕਹਿਣਾ ਚਾਹੁੰਦੇ ਹਾਂ ਕਿ ਔਰਤਾਂ ਦਾ ਸਤਿਕਾਰ ਕਰੋ, ਕਿਸੇ ਰੂਪ 'ਚ ਵੀ ਕਰੋ, ਪਰ ਇਹਨਾਂ ਨੂੰ ਸੇਫ ਫੀਲ ਕਰਵਾਓ। ਤੁਹਾਡੇ ਘਰ ਦੇ ਵਿੱਚ ਵੀ ਮਾਵਾਂ, ਧੀਆਂ, ਭੈਣਾਂ ਸਭ ਦੇ ਘਰ 'ਚ ਨੇ। ਸੋ ਸਭ ਨੂੰ ਇੱਕ ਨਜ਼ਰ ਨਾਲ ਹੀ ਅਸੀਂ ਦੇਖੀਏ। ਸੋ ਬਹੁਤ ਬਹੁਤ ਧੰਨਵਾਦ ਉਜਾਗਰ ਜੀ, ਤੁਸੀਂ ਪ੍ਰੋਗਰਾਮ 'ਚ ਆਏ ਹੋ ਜੀ, ਡੂੰਘੀਆਂ ਗੱਲਾਂ ਕੀਤੀਆਂ ਨੇ ਤੁਸੀਂ ਸਾਡੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਲਈ, ਸਾਨੂੰ ਇਹਨਾਂ ਪਿਆਰ ਕਰਨ ਦੇ ਲਈ, ਬਸ ਇਹ ਪਿਆਰ ਬਰਕਰਾਰ ਰੱਖਣਾ ਹੈ ਤੇ ਅਸੀਂ ਵੀ ਆਪਦੀ ਜ਼ਿੰਮੇਵਾਰੀ ਬਰਕਰਾਰ ਰੱਖਾਂਗੇ। ਇਸੇ ਤਰ੍ਹਾਂ ਹਰ ਹਫਤੇ ਇਦਾਂ ਹੀ ਘੈਂਟ ਖਾਸ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਰਵਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਵੱਖਰੇ ਟੌਪਿਕਸ ਦੇ ਉੱਪਰ। ਤੇ ਹਾਂ, ਤੁਸੀਂ ਸਾਨੂੰ ਫੀਡਬੈਕਸ ਦਿੰਦੇ ਰਹਿਣਾ ਹੈ। ਸੋ ਅੱਜ ਦੇ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਐਪੀਸੋਡ 'ਚ ਮੁਲਾਕਾਤ ਹੋਏਗੀ ਕਿਸੇ ਹੋਰ ਨਵੇਂ ਟੌਪਿਕ ਤੇ ਨਵੇਂ ਸ਼ਖਸੀਅਤ ਦੇ ਨਾਲ। ਉਦੋਂ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਫਿਲਹਾਲ ਮੈਨੂੰ, ਰਿਦਮ ਨੂੰ ਤੇ ਉਜਾਗਰ ਸਿੰਘ ਜੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਾਸ ਮੁਲਾਕਾਤ, ਖਾਸ ਮੁਲਾਕਾਤ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ TV ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਗੁਰਬਾਣੀ, ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।